स्वागत है। ਅਸੀਂ ਲਗਾਤਾਰ ਚਰਚਾ ਕਰ ਰਹੇ ਹਾਂ ਇਸ ਵੇਲੇ ਪੰਜਾਬ ਦੇ ਵਿੱਚ ਬਿਜਲੀ ਸੰਕਟ ਦੇ ਮੁੱਦੇ ਤੇ। ਇਸ ਤੋਂ ਪਹਿਲਾਂ ਕਿ ਮੈਂ ਜਿਹੜੀ ਗੱਲ ਗਰਗ ਸਾਹਿਬ ਨੇ ਕੀਤੀ ਸੀ ਬ੍ਰੇਕ ਤੋਂ ਪਹਿਲਾਂ ਵਲਟੋਆ ਸਾਹਿਬ ਜਾਂ ਪ੍ਰਿਤਪਾਲ ਜੀ ਤੋਂ ਇਸ ਦਾ ਜਵਾਬ ਲਵਾਂ। ਗਰਗ ਸਾਹਿਬ ਮੈਂ ਥੋੜਾ ਜਿਹਾ ਤੁਹਾਡੀ ਜਿਹੜੀ ਤੁਸੀਂ ਜ਼ਿਕਰ ਕਰ ਰਹੇ ਸੀ PIL ਦਾ, ਮੈਂ ਉਸ ਮਾਮਲੇ 'ਚ ਥੋੜੀ ਜੀ ਇੱਕ ਚੀਜ਼ ਤੁਹਾਡੇ ਨਾਲ 1 ਮਿੰਟ ਲਈ ਇਹ ਦੱਸਣੀ ਚਾਹਣਾ ਹੈ ਵੀ ਇਹਦੀ ਕਾਪੀ ਹੈ ਇਹ ਮੇਰੇ ਕੋਲ ਸੁਪਰੀਮ ਕੋਰਟ ਦੇ ਅੱਜ ਦੇ ਆਰਡਰ ਦੀ। और इस ऑर्डर दे विच ये जिहड़ी रिट पटीशन का जिक्र कर रहे हैं सुप्रीम कोर्ट उस दे बारे लिखा होया है कि गवर्नमेंट ऑफ NCT ऑफ दिल्ली, गवर्नमेंट ऑफ नेशनल कैपिटल जो है उस NCT ऑफ दिल्ली वर्सिस यूनियन ऑफ इंडिया एंड अदर्स, ये उस कोर्ट दे सुप्रीम कोर्ट दे ऑर्डरस दे उपर लिखा होया है कि चलो जे तुसी वापस लैने हो तो ठीक है, नहीं तो ये डिसमिस्ड है और ये बड़ा हासोहीन है जिहड़ी ये मंग सी। ਇਹ ਸੁਪਰੀਮ ਕੋਰਟ ਦੇ ਆਰਡਰਸ ਦੀ ਕਾਪੀ ਹੈ, ਉਸ ਦੇ ਵਿੱਚ ਲਿਖਿਆ ਹੋਇਆ ਜੀ ਜੀ। ਸੋ ਜਿਹੜੀ ਤੁਸੀਂ ਜ਼ਿਕਰ ਕਰ ਰਹੇ ਸੀ ਟੈਕਨੀਕਲ ਉਸ ਦਾ ਕਿ PIL ਕੋਈ ਇੱਕ ਬੰਦਾ ਨਹੀਂ ਪਾ ਸਕਦਾ, ਸਰਕਾਰ ਨਹੀਂ ਪਾ ਸਕਦੀ। ਬਰਾੜ ਸਾਹਿਬ ਜਿਹੜੇ ਜਿੱਥੋਂ ਤੱਕ ਮੇਰੇ ਕੋਲੇ ਇਨਫੋਰਮੇਸ਼ਨ ਹੈਗੀ ਹੈ, ਤੁਹਾਡੇ ਕੋਲੇ ਡਿਬੇਟ ਆਉਣ ਤੋਂ ਪਹਿਲਾਂ, ਕਿਉਂਕਿ ਇਹ ਖਬਰ ਵੱਖ-ਵੱਖ ਚੈਨਲਾਂ ਦੇ ਉੱਤੇ ਚੱਲ ਰਹੀ ਸੀ ਤੇ 1-2 ਪੇਪਰ ਦੇ ਵਿੱਚ ਵੀ ਇਹ ਖਬਰ ਆਈ ਹੋਈ ਹੈ, ਜੋ ਮੇਰੇ ਕੋਲ ਇਨਫੋਰਮੇਸ਼ਨ ਹੈਗੀ ਹੈ, ਦਿੱਲੀ ਸਰਕਾਰ ਨੇ, ਕੇਜਰੀਵਾਲ ਸਾਹਿਬ ਦੀ ਸਰਕਾਰ ਨੇ ਇਸ ਨੂੰ ਆਊਟਰਾਈਟਲੀ ਜਿਹੜਾ ਹੈਗਾ ਉਹ ਜਾਨੀ ਕਿ ਇਸ ਨੂੰ ਖੰਡਨ ਕੀਤਾ ਹੈਗਾ ਇਸ ਦਾ ਕਿ ਇਸ ਦੇ ਵਿੱਚ ਸਾਡੀ ਕਿਸੇ ਤਰ੍ਹਾਂ ਦੀ ਕੋਈ ਇਨਵੋਲਵਮੈਂਟ ਨਹੀਂ ਹੈ ਔਰ ਦਿੱਲੀ ਸਰਕਾਰ ਨੇ ਇਸ ਤਰ੍ਹਾਂ ਦੀ ਕੋਈ ਵੀ ਜਿਹੜੀ ਕੀ ਹੈ ਸ਼ਿਕਾਇਤ ਜਿਹੜੀ ਹੈ ਉਹ ਸੁਪਰੀਮ ਕੋਰਟ ਦੇ ਵਿੱਚ ਨਹੀਂ ਪਾਈ। ਫਿਰ ਇਹ ਸੁਪਰੀਮ ਕੋਰਟ ਦੇ ਆਰਡਰਸ ਜਿਹੜੇ ਨੇ ਉਹਨਾਂ ਦੇ ਵਿੱਚ ਤੇ ਲਿਖਿਆ ਹੋਇਆ ਕਿ ਦਿੱਲੀ ਸਰਕਾਰ ਵਰਸਸ ਕੇਂਦਰ ਸਰਕਾਰ ਹੈ ਬੇਸਿਕਲੀ। ਸਰ ਜ਼ਰੂਰ ਇਸ ਦੇ ਉੱਤੇ ਵੀ ਜਿੰਨੇ ਕਿ ਟਾਈਮ ਦਿਓ, ਇਸ ਦੇ ਉੱਤੇ ਆ ਕੇ ਅੱਜ ਸ਼ਾਮ ਤੱਕ ਇਸ ਦੇ ਉੱਤੇ। ਚਲੋ ਮੇਰੇ ਕਹਿਣ ਦਾ ਮਤਲਬ ਹੈ ਵੀ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਇਹਨੂੰ ਚੈੱਕ ਕਰਵਾ ਲਿਓ ਇੱਕ ਵਾਰੀ ਦੁਬਾਰਾ। ਮੈਂ ਇਸੇ ਕਰਕੇ ਤੁਸੀਂ ਜ਼ਿਕਰ ਕੀਤਾ ਕਿ ਕਿਸੇ ਨੂੰ ਪੁੱਛ ਲਓ, ਤਾਂ ਮੈਂ ਫਿਰ ਬ੍ਰੇਕ ਦੇ ਵਿੱਚ ਇਸ ਦੀ ਕਾਪੀ ਮੰਗਵਾਈ ਤਾਂ ਉਸ ਕਾਪੀ ਦੇ ਵਿੱਚ ਬੜਾ ਕਲੀਅਰ ਕੱਟ ਲਿਖਿਆ ਹੋਇਆ ਹੈ। ਗੱਲ ਜਿੱਥੋਂ ਤੱਕ ਰਹੀ ਸਿਆਸਤ ਦੀ, ਜਿਹੜਾ ਜ਼ਿਕਰ ਤੁਸੀਂ ਕਰ ਰਹੇ ਸੀ, ਮੈਂ ਪ੍ਰਿਤਪਾਲ ਜੀ ਤੋਂ ਤੇ ਵਲਟੋਆ ਸਾਹਿਬ ਤੋਂ ਇਸ ਦਾ ਇੱਕ-ਇੱਕ ਕਰਕੇ ਜਵਾਬ ਦੋਨਾਂ ਮਹਿਮਾਨਾਂ ਤੋਂ ਜ਼ਰੂਰ ਚਾਹੂੰਗਾ। ਅਰੋੜਾ ਸਾਹਿਬ ਵੀ ਜੁੜੇ ਹੋਏ ਨੇ। ਥੋੜਾ ਜਿਹਾ ਪ੍ਰਿਤਪਾਲ ਜੀ ਸ਼ਾਰਟ ਰੱਖਿਓ ਕਿਉਂਕਿ ਗੱਲ ਇਮੀਡੀਏਟਲੀ ਉਹ ਤੁਰੰਤ ਜਵਾਬ ਦਿੱਤਾ ਜਾਂਦਾ ਹੈ। ਫਿਰ ਜੇ ਆਪਾਂ ਜ਼ਿਆਦਾ ਲੰਬਾ ਲੈ ਜਾਾਂਗੇ, ਵਲਟੋਆ ਸਾਹਿਬ ਦੋਨਾਂ ਨੂੰ ਮੇਰੀ ਬੇਨਤੀ ਹੈ ਕਿ ਫਿਰ ਉਹ ਥੋੜਾ ਜਿਹਾ ਜਵਾਬ ਬਰੀਫ ਰੱਖਿਓ। ਬਿਲਕੁਲ ਪ੍ਰਿਤਪਾਲ ਜੀ। ਬਿਲਕੁਲ ਜੀ ਬਿਲकुल। ਮੈਂ ਬਰਾੜ ਸਾਹਿਬ ਤੁਹਾਡੇ ਸਾਹਮਣੇ ਹੀ ਝੂਠ ਦੰਗਾ ਹੋ ਗਿਆ ਤੇ ਤੁਸੀਂ ਸੱਚ ਸਾਬਤ ਕਰਤਾ ਕਿ ਕਿੰਨਾ ਝੂਠ ਬੋਲਦੇ ਸੀ। ਇਹਨਾਂ ਦੇ ਪ੍ਰਿੰਸੀਪਲ ਸੈਕਟਰੀ ਵੱਲੋਂ ਇਹ এনवायरमेंट ਦੇ ਜੇ ਸੀਗੇ ਉਹਨਾਂ ਵੱਲੋਂ ਇਹ ਰਿਟ ਪਟੀਸ਼ਨ ਦਾਇਰ ਕਰਵਾਈ ਗਈ ਸੀ ਇਹਨਾਂ ਵੱਲੋਂ, ਜਿਹੜੇ ਸੀ ਵਿੰਗ ਦਿੱਲੀ ਸੈਕਟਰੀਏਟ 'ਚ ਬੈਠੇ ਨੇ। ਕਮਰਾ ਨੰਬਰ ਵੀ ਜਾਣਨਾ ਹੋਵੇ ਤਾਂ ਮੈਂ ਇਹਨਾਂ ਨੂੰ ਦੱਸ ਦਿੰਦਾ ਕਿੰਨਾ ਵੱਲੋਂ ਪਾਈ ਗਈ ਸੀਗੀ। ਸੋ ਗੱਲਾਂ ਇਹ ਨੇ, ਸੱਚ ਤੁਹਾਡੇ ਸਾਹਮਣੇ ਆ ਗਿਆ ਤੇ ਅੱਜ ਇਹ ਸੱਚ ਇਹੀ ਹੈ ਕਿ ਪੰਜਾਬ ਨਾਲ ਇਹ ਲੋਕ ਧੋਖਾ ਕਮਾਉਣਾ ਚਾਹੁੰਦੇ ਸੀ। ਦਿੱਲੀ ਜਾ ਕੇ ਗੱਲਾਂ ਹੋਰ, ਪੰਜਾਬ ਆ ਕੇ ਗੱਲਾਂ ਹੋਰ, ਤੇ ਪੰਜਾਬ ਦੇ ਲੋਕਾਂ ਤੋਂ ਇਹਨਾਂ ਤੋਂ ਸੁਚੇਤ ਹੋ ਜਾਣਾ ਚਾਹੀਦਾ ਕਿਉਂਕਿ ਇਹਨਾਂ ਦਾ ਝੂਠ ਦਾ ਨਕਾਬ ਨਾ ਅੱਜ ਨਿਊਜ਼ 18 ਤੇ ਹੀ ਲੈ ਗਿਆ। ਮੈਨੂੰ ਅੱਗੇ ਕੁਝ ਨਹੀਂ ਕਹਿੰਦਾ ਜੀ। ਨਹੀਂ ਇਹ ਪ੍ਰਿਤਪਾਲ ਜੀ ਇਹ ਤੇ ਚਲੋ ਜਿਹੜੀਆਂ ਗੱਲਾਂ ਹੋ ਗਈਆਂ ਬੇਸਿਕਲੀ ਇਸ ਵੇਲੇ, ਕਿਉਂਕਿ ਤੁਹਾਡੀ ਸਰਕਾਰ ਵੀ ਜਿਹੜੀ ਕਾਂਗਰਸ ਪਾਰਟੀ ਦੀ 4.5 ਸਾਲ ਹੋ ਗਏ, ਇੱਕ ਚੀਜ਼ ਜਿਹੜੀ ਉਹਨਾਂ ਨੇ ਜ਼ਿਕਰ ਕੀਤਾ ਕਿ ਜੇ 1000 ਜਾਂ 1500 ਮੈਗਾਵਾਟ ਦੀ ਡਿਮਾਂਡ ਵੱਧ ਗਈ ਤਾਂ ਆਪਾਂ, ਜੇ ਅਕਾਲੀ ਦਲ ਕਹਿ ਰਿਹਾ ਵੀ ਅਸੀਂ ਸਰਪਲਸ ਕਰਕੇ ਚਲੇ ਗਏ ਸੀ, ਤਾਂ ਆਪਾਂ 500 ਮੈਗਾਵਾਟ ਕਰਕੇ ਉਸ ਡਿਮਾਂਡ ਨੂੰ ਅੱਜ ਪੂਰਾ ਨਹੀਂ ਕਰ ਸਕਦੇ ਸੀ ਜਾਂ ਵਧਾ ਨਹੀਂ ਸਕਦੇ ਸੀ ਤਾਂ ਕਿ ਘੱਟੋ ਘੱਟ ਇੱਥੋਂ ਤੱਕ ਨੌਬਤ ਨਾ ਆਉਂਦੀ। ਬਿਲਕੁਲ ਬਰਾੜ ਸਾਹਿਬ, ਤੁਸੀਂ ਇਸ ਗੱਲ 'ਚ ਦਰੁਸਤ ਹੋ। ਅਸੀਂ ਕਈ ਚੀਜ਼ਾਂ ਦੇ ਵਿੱਚ ਕੋਸ਼ਿਸ਼ ਵੀ ਕੀਤੀ ਹੈ ਇਸ ਅਕੋਰਡਿੰਗਲੀ। ਬਾਇਓਮਾਸ ਦੇ ਵਿੱਚ ਅਸੀਂ ਬੜਾ ਅੱਗੇ ਜਾ ਕੇ 878 ਕਰੋੜ ਰੁਪਇਆ ਖਰਚ ਕੇ 10 ਪਲਾਂਟ ਐਸੇ ਲਗਵਾਣੇ ਜਾ ਰਹੇ ਹਾਂ ਜਿਹਨਾਂ 1000 ਮੈਗਾਵਾਟ ਬਿਜਲੀ ਹੋਰ ਪੈਦਾ ਹੋਗੀ ਜਿਹੜੀ ਪਰਾਲੀ ਤੋਂ ਬਣਨੀ ਹੈਗੀ ਆ। ਉਹਦੇ ਕੰਨੀ ਵੀ ਕੋਸ਼ਿਸ਼ ਕੀਤੀਆਂ ਗਈਆਂ। ਜਿਹੜੇ ਹੋਰ ਸਿਸਟਮ ਸੀਗੇ, ਸੋਲਰ ਦੀ ਕੁਝ ਸੀਗੀ, ਹੁਣ ਸੋਲਰ ਵਾਲੀ ਦੀ ਜਿਹੜੀ ਕਾਸਟਿੰਗ ਪੈ ਰਹੀ ਹੈ ਉਹ ਘੱਟ ਪੈ ਰਹੀ ਹੈ। ਪੁਰਾਣੀ ਸਰਕਾਰ ਦੇ ਉਹ ਵੀ ਸਮਝੌਤੇ ਸਾਨੂੰ ਬਹੁਤ ਮਹਿੰਗੇ ਪੈ ਰਹੇ ਸੀਗੇ, ਉਹ 5 ਰੁਪਏ 97 ਪੈਸੇ ਤੋਂ ਲੈ ਕੇ 17 ਰੁਪਏ ਤੱਕ ਇਹਨਾਂ ਨੇ ਕੀਤੇ ਹੋਏ ਆ। ਜਿਹੜਾ ਵਾਰਸ਼ਿਕ ਬਜਟ ਪਿਆ ਹੋਇਆ ਸਰਕਾਰ ਦੇ ਉੱਪਰ, ਨੈਸ਼ਨਲ ਗ੍ਰਿਡ ਕੇਂਦਰ ਪੂਲ ਦੇ ਵਿੱਚੋਂ ਅਸੀਂ ਬਿਜਲੀ ਖਰੀਦ ਸਕਦੇ ਹਾਂ। ਜੇ ਕੱਲ ਨੂੰ ਐਸੇ ਕੋਈ ਦਿੱਕਤਾਂ ਆਈਆਂ, ਹੁਣ ਵੀ ਅਸੀਂ ਉਹਨਾਂ ਤੋਂ ਹੀ ਖਰੀਦ ਰਹੇ ਹਾਂ ਤੇ ਸਾਨੂੰ ਸਸਤੀ ਪੈ ਰਹੀ ਹੈ। 4 ਰੁਪਏ 96 ਪੈਸੇ ਤੋਂ ਥੱਲੇ ਤਾਂ ਅੱਜ ਤੱਕ ਸਾਨੂੰ ਬਿਜਲੀ ਨਹੀਂ ਪਈ, ਜਿਹੜੀ PPA ਪਏ ਨੇ ਜਦੋਂ ਦੇ ਇਹਨਾਂ ਨੇ ਕੀਤੇ ਹੋਏ ਨੇ। ਉਸੇ ਕਰਕੇ ਲੋਕਾਂ ਨੂੰ ਡਿਲੀਵਰੀਬਿਲਿਟੀ ਦੇ ਵੀ ਦਿੱਕਤ ਆਈਆਂ ਤੇ ਬਾਕੀ ਚੀਜ਼ਾਂ ਆਈਆਂ। ਆਉਣ ਵਾਲੇ ਦਿਨਾਂ 'ਚ ਰਿਵਿਊ ਕਰਕੇ ਮੈਨੂੰ ਜੋ ਉਮੀਦ ਹੈ, ਜਿਸ ਹਿਸਾਬ ਨਾਲ ਕੈਪਟਨ ਅਮਰਿੰਦਰ ਸਿੰਘ ਅੱਜ ਦੀ ਡੇਟ ਦੇ ਵਿੱਚ ਕੰਮ ਕਰਨ ਲੱਗੇ ਹੋਏ ਆ, ਜਿਹੜੇ ਲੀਗਲ ਓਪੀਨੀਅਨ ਲੈ ਰਹੇ ਨੇ, ਬਾਕੀ ਚੀਜ਼ਾਂ ਕਰ ਰਹੇ ਆ, ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਸੁੱਖ ਦਾ ਸਾਹ ਮਿਲੂਗਾ। ਜਿਹੜੇ PPAs ਨੂੰ ਰੱਦ ਕਰਨ ਦੀ ਜਾਂ ਉਹਨੂੰ ਰਿਵਿਊ ਕਰਨ ਦੀ ਗੱਲ ਚੱਲ ਰਹੀ ਹੈ, ਮੇਰਾ ਸਵਾਲ ਇਸ ਸੰਦਰਭ ਦੇ ਵਿੱਚ ਵੀ ਸੀ ਪ੍ਰਿਤਪਾਲ ਜੀ ਕਿ ਇਹ ਸਰਕਾਰ ਦੀ ਹੀ ਸਟੇਟਮੈਂਟ ਸੀ ਕਿ ਅਸੀਂ ਇਸ ਵੇਲੇ ਜਿਹੜੀ ਬਿਜਲੀ ਦੀ ਪੂਰਤੀ ਕਰ ਰਹੇ ਹਾਂ
ਲੋਕਾਂ ਨੂੰ ਖਰੀਦ ਕੇ 400 ਯੂਨਿਟ ਜਾਂ ਕਿੰਨੀ ਬਿਜਲੀ ਖਰੀਦਣ ਬਾਰੇ ਸਟੇਟਮੈਂਟ ਸੀ, ਸ਼ਾਇਦ 400 ਯੂਨਿਟ ਹੀ ਸੀ ਕਿ 12 ਰੁਪਏ ਦੇ ਕਰੀਬ ਜਿਹੜੀ ਹੈ ਉਹ ਬਿਜਲੀ ਤੁਸੀਂ ਬਾਹਰੋਂ ਖਰੀਦੀ ਹੈ। ਸੋ ਜੇ 12 ਰੁਪਏ ਦੇ ਵਿੱਚ ਆਪਾਂ ਬਿਜਲੀ ਬਾਹਰੋਂ ਖਰੀਦ ਕੇ ਦੇ ਰਹੇ ਹਾਂ, ਜਿਹੜੇ ਥਰਮਲ ਪਲਾਂਟਾਂ ਦੇ ਨਾਲ ਆਪਣੇ ਐਗਰੀਮੈਂਟ ਹੋਏ ਨੇ ਕਿ ਉਹ ਉਹਨਾਂ ਨੂੰ ਜੇ ਆਪਾਂ ਰੱਦ ਕਰ ਦਿਆਂਗੇ ਫਿਰ ਉਸ ਤੋਂ ਬਾਅਦ ਆਪਾਂ ਨੂੰ ਸਸਤੀ ਕਿੱਥੋਂ ਮਿਲੂਗੀ? ਇਸ ਸਭ ਨੂੰ ਰਿਵਿਊ ਕਰਨ ਦਾ ਜ਼ਿਕਰ ਕਰ ਰਹੇ ਹੋ ਤੁਸੀਂ? ਮੈਂ ਇੱਕ ਗੱਲ ਕਹਿ ਰਿਹਾ ਜੀ, ਜਿਹੜੇ ਸਮਝੌਤੇ ਹੋਏ ਸੀਗੇ, ਪੀਪੀਐਸ ਹੋਏ ਨੇ, ਪੀਪੀਏ ਦੇ ਵਿੱਚ ਇੱਕ 25 ਸਾਲ ਦੇ ਐਗਰੀਮੈਂਟ ਸੀਗੇ, ਟੂ ਬੀ ਵੈਰੀ ਕਲੀਅਰ। 25 ਸਾਲ ਦੇ ਵਿੱਚ ਕੋਈ ਲੌਕ ਇਨ ਪੀਰੀਅਡ ਦੇ ਵੀ ਕਲੌਸਿਸ ਚੱਲੇ ਆਏ ਨਾਲ ਕਿ ਅਗਰ ਇਨ ਬਿਟਵੀਨ ਕੋਈ ਸਮਝੌਤੇ ਰੱਦ ਹੁੰਦੇ ਆ ਤਾਂ ਇੰਨਾ ਫਾਈਨ ਜਾਂ ਇੰਨੀ ਅਮਾਉਂਟ ਇਹਨਾਂ ਨੂੰ ਦੇਣੀ ਪਊਗੀ। ਜਿਹਦੇ 'ਚ 73 ਦਿਨ ਪਲਾਂਟ ਬੰਦ ਰਿਹਾ, 91 ਦਿਨ ਪਲਾਂਟ ਬੰਦ ਰਿਹਾ। ਜਿਵੇਂ ਲੀਗਲ ਐਸਪੈਕਟਸ ਦੇ ਉੱਪਰ ਉਹਨਾਂ ਨੇ ਕੰਮ ਕੀਤਾ, ਉਹ ਬਹੁਤ ਸਟਰੋਂਗਲੀ ਕੀਤਾ, ਜਿਹਨੂੰ ਕਿ ਅਕਾਲੀ ਦਲ ਗਵਰਨਮੈਂਟ ਸਾਈਨ ਕਰਕੇ ਗਈ ਸੀ। ਟੈਕਨੀਕਲ ਇਸ਼ੂਜ਼ ਦੇ ਉੱਪਰ ਇਹਨਾਂ ਨੇ ਕੰਮ ਨਹੀਂ ਕੀਤਾ ਉਹਦੇ ਵਿੱਚ, ਜਿਨ੍ਹਾਂ ਦੀ ਰਿਵਿਊਇੰਗ ਦੀ ਗੱਲ ਕਰਦੇ ਆ। ਉਸੇ ਨਾਲ ਹੀ ਰੇਟ ਦੇ ਵਿੱਚ ਕਟੌਤੀ ਆਉਣੀ ਹੈ ਤੇ ਬਾਕੀ ਚੀਜ਼ਾਂ ਆਉਣੀਆਂ, ਕਿਉਂਕਿ ਉਹ ਲੌਕ ਇਨ ਪੀਰੀਅਡ ਤੇ ਬਾਕੀ ਚੀਜ਼ਾਂ ਦੇ ਟਾਈਮ ਦੇ ਵਿੱਚੋਂ ਆਪਾਂ ਬਾਹਰ ਨਿਕਲ ਚੁੱਕਿਆ ਪੰਜਾਬ ਹੁਣ, ਤੇ ਅਸੀਂ ਇਸ ਨੂੰ ਰਿਵਿਊ ਕਰ ਸਕਦੇ ਹਾਂ ਇਹਨਾਂ ਚੀਜ਼ਾਂ ਦੇ ਵਿੱਚ। ਵਲਟੋਆ ਸਾਹਿਬ, ਤੁਹਾਡਾ ਕਮੈਂਟ। देखो बराड़ साहब, सब तो पहले तो मेरी गल है कि गर्ग साहब मैं पहले भी बेनती की सी, झूठ ना बोलिया करो। झूठ नहीं जो चलना है कि ठगी नहीं चलन देनी है कि चीका कढ़ावांगे ताड़ियां थां ते झूठ फड़ांगे। और सब तो पहली गल है जी है PIL निगी ਬਿਲਕੁਲ ਬਲਟੋਹਾ ਸਾਹਿਬ, ਠੱਗੀ ਜਿਹੜੀ ਹੈ ਬਿਲਕੁਲ ਨਹੀਂ ਚੱਲਣੀ ਇਸ ਵੇਲੇ ਪੰਜਾਬ ਦੇ ਵਿੱਚ। ਜਿਹੜੀ ਠੱਗੀਆਂ ਆਪਾਂ ਹੁਣ ਤੱਕ ਮਾਰੀਆਂ ਨੇ, ਮੈਂ ਤੁਹਾਡੇ ਵਿੱਚ ਬੋਲਿਆ ਨਹੀਂ, ਬਿਲਕੁਲ ਤੁਹਾਡੇ ਵਿੱਚ ਮੈਂ ਤੁਹਾਡੇ ਵਿੱਚ ਨਹੀਂ ਬੋਲਿਆ, ਵਿੱਚ ਨਹੀਂ ਬੋਲਿਆ। ਹਾਂਜੀ, ਔਰ ਇਹ PIL ਨਿਗੀ ਇਹ ਹੈਗੀ ਹੈ ਸਿਵਲ ਰਿਟ ਪਟੀਸ਼ਨ, ਤੇ ਸਿਵਲ ਰਿਟ ਪਟੀਸ਼ਨ ਜਿਹੜੀ ਹੈ ਗਵਰਨਮੈਂਟ ਆਫ NCT ਆਫ ਦਿੱਲੀ। ਤੇ ਦੂਸਰੀ ਗੱਲ ਜਿਹੜੀ ਸਭ ਤੋਂ ਵੱਡੀ ਗੱਲ ਆ ਕਿ ਉਹ ਤੁਸੀਂ ਬਾਕੀ ਸਾਰਾ ਕੁਝ ਨੰਗਾ ਕਰ ਹੀ ਦਿੱਤਾ ਆ ਕਿ ਕਿਸ ਤਰ੍ਹਾਂ ਝੂਠ ਬੋਲਿਆ ਜਾ ਰਿਹਾ। ਤੇ ਇਹਦੇ ਪਿੱਛੇ ਮਕਸਦ ਕੀ ਹੈ? ਥਰਮਲ ਪਲਾਂਟ ਬੰਦ ਕਰਾਉਣ ਦੇ ਪਿੱਛੇ ਮਕਸਦ ਕੀ ਹੈ? ਕਿ ਪੰਜਾਬ ਦੇ ਅੰਦਰ ਤਰਾਹੀ ਮੱਚੇ ਤੇ ਬਿਜਲੀ ਦੇ ਉੱਤੇ ਸਿਆਸਤ ਕਰੀਏ। ਤੇ ਜਿਸ ਅੰਬਾਨੀ ਦੇ ਨਾਲ ਇਹਨਾਂ ਦੀ ਯਾਰੀ ਹੈ, ਤੇ ਅਖੀਰ ਜਾ ਕੇ ਪੰਜਾਬ ਸਰਕਾਰ ਜਿਹੜੀ ਅੰਬਾਨੀ ਦੇ ਪੈਰਾਂ 'ਚ ਪਵੇ, ਜਿਹੜਾ ਦਿੱਲੀ 'ਚ ਬਿਜਲੀ ਸਪਲਾਈ ਕਰਦਾ ਆ, ਜਿਹਦੇ ਤੇ ਕੇਜਰੀਵਾਲ ਸਾਹਿਬ ਦੀ ਐ ਕਰਕੇ ਹੈ ਇੱਕ ਹੈ, ਤੇ ਅੰਬਾਨੀ ਦੀ ਜਿਹੜੀ ਬਿਜਲੀ ਵੇਚਣ ਵਾਸਤੇ ਪੰਜਾਬ ਦੇ ਥਰਮਲ ਪਲਾਂਟ ਬੰਦ ਕਰਨ ਤੇ ਆ ਗਏ ਜੀ। ਅੰਬਾਨੀ ਨਾਲ ਇੰਨੀ ਯਾਰੀ ਹੈ, ਅੰਬਾਨੀ ਨਾਲ ਇੰਨੀ ਸਾਂਝ ਹੈ। ਜਿਹੜਾ ਪੰਜਾਬ ਦਾ ਦੁਸ਼ਮਣ ਆ ਅੰਬਾਨੀ, ਅੱਜ ਬੱਚਾ ਅੰਬਾਨੀਆਂ ਦੇ ਵਿਰੁੱਧ ਲੜ ਰਿਹਾ ਹੈ। ਬਲਟੋਹਾ ਸਾਹਿਬ, ਅੰਬਾਨੀ ਨਾਲ ਕਿਹਦੀ ਜਾ ਰਹੀ ਹੈ, ਕਿਹਨਾਂ ਨੇ ਉਹਨਾਂ ਦੇ ਇੱਥੇ ਸਿਸਟਮ ਲੈ ਕੇ ਆਉਂਦੇ ਨੇ, ਸਾਰਿਆਂ ਨੂੰ ਪਤਾ ਹੈਗਾ। ਤੁਸੀਂ ਪਲੀਜ਼ ਕਿਰਪਾ ਕਰਕੇ ਬਲਟੋਹਾ ਸਾਹਿਬ, ਮੈਂ ਤੁਹਾਨੂੰ ਇੱਕ ਬੇਨਤੀ ਕਰਦਾ, ਮੈਂ ਤੁਹਾਨੂੰ ਸਿਰਫ ਇੱਕ ਛੋਟੀ ਜਿਹੀ ਬੇਨਤੀ ਕਰਦਾ ਕਿ ਨੈਸ਼ਨਲ ਚੈਨਲ ਤੇ ਬੈਠ ਕੇ ਝੂਠ ਨਾ ਬੋਲੋ। ਪੰਜਾਬ ਦੇ ਲੋਕਾਂ ਨੂੰ ਪਤਾ ਹੈ ਅੰਬਾਨੀ ਤੇ ਅਡਾਨੀ ਨਾਲ ਯਾਰੀ ਕਿਹਦੀ ਹੈ, ਕੌਣ ਉਹ ਲੈ ਉਹਨਾਂ ਦੇ ਇੱਥੇ ਸਾਰਾ ਕੁਝ ਸਿਸਟਮ ਨੂੰ ਲੈ ਕੇ ਆਇਆ ਹੈ। ਔਰ ਜਿਹੜਾ ਹੈਗਾ ਅਡਾਨੀਆਂ ਦੇ ਖਿਲਾਫ, ਜੇਕਰ ਅੰਬਾਨੀ ਦੇ ਖਿਲਾਫ, ਸੌਰੀ, ਜੇਕਰ ਕਿਸੇ ਨੇ ਕਮੈਂਟ ਚਾਹਣਾ ਸਰਕਾਰ ਸਾਰਿਆਂ ਨੂੰ ਪਤਾ ਹੈ। ਚਲੋ ਮੈਂ ਦੁਬਾਰੇ ਆ ਰਿਹਾ ਮੈਂ ਪਹਿਲਾਂ ਵੀ ਕਿਹਾ ਸੀ ਵੀ ਛੋਟਾ ਆਪਾਂ ਕਮੈਂਟ ਰੱਖੀਏ, ਲੰਬੀ ਮੈਂ ਦੁਬਾਰੇ ਆਉਣਾ। ਬਲਟੋਆ ਸਾਹਿਬ, ਤੁਹਾਨੂੰ ਜ਼ਰੂਰ ਪਲੀਜ਼ ਮੈਂ ਦੁਬਾਰੇ ਆਉਣਾ, ਤੁਹਾਡੇ ਕੋਲੇ। ਅਰੋੜਾ ਸਾਹਿਬ ਕਾਫੀ ਦੇਰ ਦੇ ਵੇਟ ਕਰ ਰਹੇ ਆ, ਮੈਂ ਕਮੈਂਟ ਲੈ ਲਾਂ ਫਿਰ ਆਉਣਾ ਦੁਬਾਰੇ। ਅਰੋੜਾ ਸਾਹਿਬ ਜੀ। ਹਾਂ, ਵਿਜੇਪਾਲ ਜੀ, ਗੱਲ ਅੰਬਾਨੀ ਅਡਾਨੀ ਦੀ ਚੱਲੀ ਤਾਂ ਮੈਂ ਯਾਦ ਕਰਾਉਣਾ ਚਾਹੁੰਦਾ ਨੀਲ ਗਰਗ ਜੀ ਨੂੰ ਕਿ ਤੁਸੀਂ ਦੇਖੋ ਕਿ ਪੰਜਾਬ ਦੇ ਵਿੱਚ ਜੀਓ ਦੇ ਟਾਵਰ ਤੋੜੇ ਗਏ, ਪੰਜਾਬ ਦੇ ਵਿੱਚ ਜੀਓ ਦੇ ਸ਼ੋਰੂਮ ਬੰਦ ਕਰਾਏ ਗਏ। ਨਹੀਂ, ਤੁਸੀਂ ਪਤਾ ਕੀ ਹੈ ਜੀ, ਇੱਕ ਮਿੰਟ ਅਰੋੜਾ ਸਾਹਿਬ, ਇਹ ਫਿਰ ਗੱਲ ਦੂਸਰੇ ਪਾਸੇ ਜਿਹੜੀ ਡਿਬੇਟ ਹੈ ਉਹ ਸਾਰੀ ਘੁੰਮ ਜਾਂਦੀ ਹੈ। ਇਸ ਵੇਲੇ ਮਕਸਦ ਇਹ ਆਪਾਂ ਇਸ ਗੱਲ ਤੇ ਚਰਚਾ ਕਰ ਰਹੇ ਹਾਂ ਕਿ ਕੀ ਬਿਜਲੀ ਸਿਆਸਤ ਦਾ ਸਭ ਤੋਂ ਵੱਡਾ ਹਥਿਆਰ ਬਣ ਗਈ ਹੈ। ਮੈਂ ਉੱਥੇ ਹੀ ਆ ਰਿਹਾ ਵਿਜੇ ਜੀ, ਉੱਥੇ ਹੀ ਆ ਰਿਹਾ। ਤੁਸੀਂ ਕਿੰਨੀ ਦੇ ਵਿੱਚ ਤੁਸੀਂ ਮੈਨੂੰ ਦੱਸੋ, ਇੱਕ ਵੀ ਜੀਓ ਦਾ ਟਾਵਰ ਤੋੜਿਆ ਗਿਆ ਹੋਵੇ, ਇੱਕ ਵੀ ਜੀਓ ਦਾ ਸ਼ੋਰੂਮ ਬੰਦ ਹੋਇਆ ਹੋਵੇ? ਜਿੱਥੋਂ ਤੱਕ ਰਹੀ ਬਿਜਲੀ ਸੰਕਟ ਦੀ ਗੱਲ, ਅੱਜ ਤੁਸੀਂ ਤੁਹਾਡਾ ਅੱਜ ਦਾ ਜਿਹੜਾ ਬਿਜਲੀ ਸਪਲਾਈ ਕਰ ਰਿਹਾ, ਬਿਜਲੀ ਸਪਲਾਈ ਅੰਬਾਨੀ ਕਰ ਰਿਹਾ ਦਿੱਲੀ 'ਚ। ਦੱਸੋਗੇ ਕਮਜ਼ੋਰ ਸਿਸਟਮ ਦਿੱਲੀ 'ਚ ਬਿਜਲੀ ਸਪਲਾਈ ਅੰਬਾਨੀ ਕਰ ਰਿਹਾ। ਤੁਸੀਂ ਦੇਖੋ ਕਿ 60000 ਜਿਹੜੇ ਟਰਾਂਸਫਾਰਮਰ ਰਿਕੁਆਇਰਡ ਹੈ ਪੰਜਾਬ ਦੇ ਵਿੱਚ, ਔਰ ਸਿਰਫ 17000 ਟਰਾਂਸਫਾਰਮਰ ਜਿਹੜੇ ਇੰਸਟਾਲਡ ਹੈ ਔਰ ਵਰਕ ਕਰ ਰਹੇ ਆ। ਤੁਸੀਂ ਦੱਸੋ ਕਿ 1000 ਕਰੋੜ ਰੁਪਇਆ ਪੰਜਾਬ ਸਰਕਾਰ ਨੇ ਕੱਲ ਕਰਜ਼ ਲਿਆ ਵਾ ਮਾਰਕੀਟ ਦੇ ਵਿੱਚੋਂ ਸਿਰਫ ਬਿਜਲੀ ਪਰਚੇਜ ਕਰਨ ਦੇ ਲਈ। ਤੁਸੀਂ ਮੈਨੂੰ ਦੱਸੋ, ਇਹ ਵਿਵਸਥਾ ਜਿਹੜਾ ਇਨਫਰਾਸਟ੍ਰਕਚਰ ਹੈ ਉਹਨੂੰ ਸੁਧਾਰਨ ਲਈ ਇਹ ਕੀ ਕਰਨੀ ਪੰਜਾਬ ਸਰਕਾਰ? ਬੇਸਿਕਲੀ ਗਰਗ ਸਾਹਿਬ, ਮੇਰਾ ਛੋਟਾ ਸਵਾਲ ਸਾਰੇ ਮਹਿਮਾਨਾਂ ਤੋਂ ਇਹੀ ਹੈ ਕਿ ਗੱਲ ਵਿਵਸਥਾ ਸੁਧਾਰਨ ਦੀ ਕਿਉਂ ਨਹੀਂ ਹੁੰਦੀ? ਮੁੱਦਾ ਜਿਹੜਾ ਹੈ, ਆਪਾਂ ਕਹਿ ਤਾਂ ਦਿੰਨੇ ਆ ਵੀ 300 ਯੂਨਿਟ ਦੇ ਦੇਾਂਗੇ, ਕੋਈ ਕਹਿੰਦਾ ਅਸੀਂ 200 ਦੇ ਰਹੇ ਹਾਂ, ਗੱਲ ਵਿਵਸਥਾ ਸੁਧਾਰਨ ਤੇ ਕਿਉਂ ਨਹੀਂ ਆ ਰਹੀ? ਤੁਸੀਂ ਲੋਕਾਂ ਨੂੰ ਹਰ ਚੀਜ਼
ਪੂਰੀ ਪ੍ਰੋਵਾਈਡ ਕਰਾ ਦਿਓ। ਲੋਕ ਤਾਂ ਕਹਿੰਦੇ ਨਹੀਂ ਸਾਨੂੰ ਫ੍ਰੀ ਦਿਓ, ਅਸੀਂ ਤਾਂ ਬਿੱਲ ਦੇਣ ਨੂੰ ਤਿਆਰ ਹੈ। ਬਿਲਕੁਲ ਬਰਾੜ ਸਾਹਿਬ, ਜੇ ਅੱਜ ਪੰਜਾਬ ਦੇ ਵਿੱਚ ਬਿਜਲੀ ਦੇ ਸਿਸਟਮ ਨੂੰ ਸੁਧਾਰਨਾ ਹੈਗਾ, ਸੰਕਟ ਨੂੰ ਸੁਧਾਰਨਾ ਹੈਗਾ, ਤਾਂ 4 ਚੀਜ਼ਾਂ ਤੇ ਧਿਆਨ ਦੇਣ ਦੀ ਬਿਲਕੁਲ ਜ਼ਰੂਰਤ ਹੈਗੀ ਹੈ। ਔਰ ਇਹ ਆਮ ਆਦਮੀ ਪਾਰਟੀ ਤੁਹਾਡੇ ਚੈਨਲ ਤੇ ਮੈਂ ਬਿਲਕੁਲ ਪੱਖ ਰੱਖ ਰਿਹਾ ਉਸ ਚੀਜ਼ ਦਾ। ਸਭ ਤੋਂ ਪਹਿਲੀ ਗੱਲ ਹੈ ਕਿ ਸਾਹਿਬ ਨੇ ਵੀ ਨਹੀਂ ਕਿਹਾ ਵੀ ਅਸੀਂ ਸਿਸਟਮ ਸੁਧਾਰਾਂਗੇ, ਉਹ ਕਹਿੰਦੇ 300 ਯੂਨਿਟ ਫ੍ਰੀ ਦੇ ਦੇਵਾਂਗੇ, ਲੋਕਾਂ ਨੂੰ ਬੱਲੇ ਕਰਾ ਦੇਵਾਂਗੇ, ਮੁੜ ਕੇ ਉਹ ਚਲੇ ਗਏ। ਸਰ ਜੇਕਰ ਮੈਂ ਤੁਹਾਡੇ ਚੈਨਲ ਤੇ ਆ ਕੇ ਬੈਠਾ ਹੋਇਆ ਤਾਂ ਮੈਂ ਮੇਰੀ ਇੰਡੀਵਿਜੂਅਲ ਕੋਈ ਆਇਡੈਂਟੀਟੀ ਨਹੀਂ ਹੈ, ਮੈਂ ਪਾਰਟੀ ਦਾ ਨੁਮਾਇੰਦਾ ਹੋਣ ਦੇ ਨਾਤੇ ਤੁਹਾਡੇ ਚੈਨਲ ਤੇ ਬੈਠਾ ਔਰ ਪਾਰਟੀ ਦੀ ਗੱਲ ਹੀ ਕਰ ਰਿਹਾ ਮੈਂ। ਸਰ ਸਭ ਤੋਂ ਪਹਿਲੇ ਜਿਹੜੀ ਗੱਲ ਹੈਗਾ, ਬਿਜਲੀ ਖੇਤਰ ਦਾ ਜਿਹੜਾ ਪ੍ਰਬੰਧ ਹੈਗਾ ਉਹ ਮਾਹਰਾਂ ਦੇ ਹੱਥ ਦੇ ਵਿੱਚ ਦੇਣ ਦੀ ਜ਼ਰੂਰਤ ਹੈ, ਨਾ ਕਿ ਬਿਊਰੋਕਰੇਟ ਦੇ ਹੱਥ ਦੇ ਵਿੱਚ। ਔਰ ਦੂਸਰੀ ਗੱਲ ਜਿਹੜੀ ਹੈਗੀ ਹੈ ਸੋਲਰ એનર્ਜੀ ਅਤੇ ਵਿੰਡ એનર્ਜੀ, ਇਸ ਦੇ ਉੱਤੇ ਯਾਨੀ ਕਿ ਬੈਂਕ ਪਾਉਣ ਕਰਨਾ ਚਾਹੀਦਾ ਹੈ। ਔਰ ਤੀਸਰੀ ਗੱਲ ਜਿਹੜੀ ਟਰਾਂਸਮਿਸ਼ਨ, ਸਭ ਤੋਂ ਵੱਡਾ ਦੋਸ਼ੀ ਹੈ ਜਿੱਥੇ ਹੈਗਾ, ਟਰਾਂਸਮਿਸ਼ਨ ਦੇ ਵਿੱਚ ਇੰਪਰੂਵਮੈਂਟ ਬਹੁਤ ਜ਼ਰੂਰੀ ਹੈ, ਕਿਉਂਕਿ ਅੱਜ ਪੂਰੇ ਹਿੰਦੁਸਤਾਨ ਤੇ ਜੇ ਬਿਜਲੀ ਚੋਰੀ ਦੀ ਗੱਲ ਕਰੀਏ ਜਿਹੜੀ ਐਵਰੇਜ ਆਉਂਦੀ ਹੈ 5% ਆਉਂਦੀ ਹੈ, ਲੇਕਿਨ ਪੰਜਾਬ ਦੇ ਵਿੱਚੋਂ 14% ਤੱਕ ਹੈ। ਸਾਨੂੰ ਭੁੱਲਣਾ ਨਹੀਂ ਚਾਹੀਦਾ, ਇਸ ਦੇ ਵਿੱਚ ਰਾਜਨੀਤਿਕ ਸਰਪ੍ਰਸਤੀ ਵੀ ਹੈਗੀ ਹੈ ਔਰ ਰਾਜਨੀਤਿਕ ਸਰਪ੍ਰਸਤੀ ਵੀ ਹੈ ਇਸ ਬਿਜਲੀ ਚੋਰੀ ਦੇ ਵਿੱਚ। ਔਰ ਸਾਰਿਆਂ ਤੋਂ ਇੰਪੋਰਟੈਂਟ ਜਿਹੜਾ ਹੈਗਾ, ਆਉਣ ਵਾਲਾ ਜਿਹੜਾ ਟਾਈਮ ਹੈਗਾ, ਸਾਨੂੰ ਇਹ ਦੇਖਣਾ ਚਾਹੀਦਾ ਪੂਰੇ ਵਰਲਡ ਓਵਰ ਜਿਹੜਾ ਹੈਗਾ ਪਰਮਾਣੂ ਬਿਜਲੀ ਤਾਪ ਘਰਾਂ ਵੱਲ ਜਾਨੀ ਕਿ ਲੋਕ ਜਾ ਰਹੇ ਨੇ, ਸਾਨੂੰ ਵੀ ਉਹਦੇ ਬਾਰੇ ਸੋਚਣਾ ਪਏਗਾ। ਸਵਾਲ ਵਿਵਸਥਾ ਸੁਧਾਰਨ ਦਾ ਸਵਾਲ ਵਲਟੋਆ ਸਾਹਿਬ ਵਿਵਸਥਾ ਸੁਧਾਰਨ ਤੇ ਆ ਕੇ ਖੜ ਜਾਂਦਾ ਹੈ। ਸ਼ੁਰੂਆਤ ਤੁਸੀਂ ਵੀ ਉੱਥੋਂ ਕੀਤੀ ਸੀ। ਪਲਾਂਟ ਕਿਹਦਾ ਹੈ, ਕਿਹਨੇ ਲਾਇਆ? ਪੰਜਾਬ ਦੇ ਵਿੱਚ ਵੀ ਜਿਹੜੇ ਲੱਗੇ ਨੇ ਉਹ ਵੀ ਪ੍ਰਾਈਵੇਟ ਕੰਪਨੀਆਂ ਨੇ। ਅਲਟੀਮੇਟਲੀ ਕੋਈ ਨਾ ਕੋਈ ਤਾਂ ਲਾਉਂਦਾ ਹੀ ਹੈ। ਗੱਲ ਇਹ ਹੈ ਵੀ ਵਿਵਸਥਾ ਸੁਧਾਰਨ ਵੱਲ ਕਦਮ ਕਿਉਂ ਨਹੀਂ ਸਿਆਸੀ ਪਾਰਟੀਆਂ ਨੂੰ ਤਵੱਜੋ? ਤੁਹਾਨੂੰ ਨਹੀਂ ਲੱਗਦਾ ਵੀ ਵਿਵਸਥਾ ਸੁਧਾਰ ਵੱਲ ਦੇਣੀ ਚਾਹੀਦੀ ਹੈ? ਜੇ ਇੱਕ ਵਾਰੀ ਇੱਕ ਚੀਜ਼ ਹੋ ਗਈ ਸ਼ੁਰੂ ਤੇ ਉਸ ਤੋਂ ਬਾਅਦ ਉਸ ਦੀ ਵਿਵਸਥਾ ਨੂੰ ਸੁਧਾਰਿਆ ਜਾਵੇ। ਘੱਟੋ ਘੱਟ ਜੇ ਆਪਾਂ ਲੋਕਾਂ ਨੂੰ ਫ੍ਰੀ ਵੰਡਣ ਲੱਗ ਪਏ ਵੀ 300 ਯੂਨਿਟ ਦੇ ਦਿਆਂਗੇ, ਅਸੀਂ 200 ਯੂਨਿਟ ਦਿੰਨੇ ਆ, ਤੇ ਜੇ ਉਹ ਚੀਜ਼ ਮਿਲੇ ਹੀ ਨਾ ਤਾਂ ਫਿਰ ਉਹ ਫ੍ਰੀ ਦਾ ਲੋਕਾਂ ਨੇ ਕਰਨਾ ਕੀ ਹੈ? ਥੋੜਾ ਜਿਹਾ ਛੋਟਾ ਰੱਖਿਓ, ਆਖਰੀ ਕਮੈਂਟ ਹੈ ਬਸ ਜੀ। ਬਿਲਕੁਲ ਇਹ 'ਚ ਕੋਈ ਦੁਰਾਵਾ ਨਹੀਂ ਗਿਆ ਕਿ ਲੋਕਾਂ ਨੂੰ ਚੀਜ਼ ਮਿਲਣੀ ਚਾਹੀਦੀ ਆ ਔਰ ਵਾਜਬ ਰੇਟ ਤੇ ਮਿਲਣੀ ਚਾਹੀਦੀ ਆ ਔਰ ਜ਼ਰੂਰਤ ਅਨੁਸਾਰ ਮਿਲਣੀ ਚਾਹੀਦੀ ਹੈ। ਪਰ ਸਭ ਤੋਂ ਵੱਡੀ ਗੱਲ ਜਿਹੜੀ ਹੈ ਕਿ ਜਿਹੜਾ ਪੰਜਾਬ ਦਾ ਟਰਾਂਸਮਿਸ਼ਨ ਸਿਸਟਮ ਜਿਹੜਾ ਕਿ ਸਮੇਂ-ਸਮੇਂ ਤੇ ਸੁਧਾਰ ਮੰਗਦਾ ਹੈ, ਹਰ ਇੱਕ ਸਮੇਂ ਸੁਧਾਰ ਮੰਗਦਾ ਆ, ਤੇ ਉਸ ਪਾਸੇ ਜਿਹੜਾ ਪਿਛਲੇ 4.5 ਸਾਲਾਂ ਦੇ ਵਿੱਚ ਕੀਤਾ ਕੁਛ ਨਹੀਂ ਗਿਆ। ਮੈਂ ਤੁਹਾਨੂੰ ਦੱਸਦਾ, ਮੇਰੇ ਏਰੀਏ 'ਚ, ਮੇਰੀ ਕੌਂਸਟੀਚੁਐਂਸੀ 'ਚ 8 ਗ੍ਰੇਡ ਸੀਗੇ ਪਹਿਲੋਂ 2007 ਤੋਂ ਪਹਿਲਾਂ, ਤੇ 2007 ਤੋਂ ਲੈ ਕੇ 17 ਤੱਕ ਮੈਂ 6 ਗ੍ਰੇਡ ਹੋਰ ਲਾਏ। ਜਿੰਨੇ ਪਹਿਲੋਂ ਸੀ ਲਗਭਗ ਉਹਨੇ ਲਾਏ, ਜਿਹੜੇ ਪੁਰਾਣੇ ਸੀ ਉਹ ਸਾਰੇ ਅਪਗ੍ਰੇਡ ਕੀਤੇ, ਜਿੱਥੇ 8-8 ਦੇ ਸੀ ਉੱਥੇ 20 ਦੇ ਕੀਤੇ, ਲਾਈਨਾਂ ਖਿੱਚੀਆਂ। ਇਤਨੇ ਸਾਰੇ ਸਮੁੱਚੇ ਪੰਜਾਬ ਦੇ ਵਿੱਚ ਜਿਹੜਾ ਟਰਾਂਸਮਿਸ਼ਨ ਸਿਸਟਮ ਸੀਗਾ ਉਹਨੂੰ ਅਸੀਂ ਬਿਹਤਰ ਕੀਤਾ। ਪਰ ਕਿਉਂਕਿ ਸਮੇਂ ਦੇ ਅਨੁਸਾਰ ਲਾਈਨਾਂ ਹੋਰ ਮੰਗਦੀਆਂ ਨੇ, ਹੋਰ ਜਿਹੜੇ ਗ੍ਰਿਡ ਨੇ ਉਹ ਅਪਗ੍ਰੇਡੇਸ਼ਨ ਮੰਗਦੇ ਨੇ, ਤੇ ਜਿਹਨੇ ਧਿਆਨ ਹੀ ਨਹੀਂ ਦਿੱਤਾ, ਜਦ ਮਹਿਕਮਾ ਹੀ ਲਵਾਰਸ ਛੱਡ ਦਿੱਤਾ ਗਿਆ ਤੇ ਫਿਰ ਤਾਂ ਹੱਥ ਵੱਜਣਗੀਆਂ ਹੀ। ਇਸ ਕਰਕੇ ਜਿਹੜਾ ਅੱਜ ਪੰਜਾਬ ਦੇ ਅੰਦਰ ਜਿਹੜਾ ਸੰਕਟ ਪੈਦਾ ਹੋਇਆ, ਬਿਜਲੀ ਦਾ ਸੰਕਟ ਪੈਦਾ ਹੋਇਆ, ਇਹਦੇ ਪਿੱਛੇ ਸਭ ਤੋਂ ਵੱਡੀ ਨਾਲਾਇਕੀ, ਅਣਗਹਿਲੀ ਤੇ ਔਰ ਜਿਹੜੀ ਨਾਕਾਮੀ ਹੈ ਸਾਡੀ ਸਰਕਾਰ ਦੀ, ਤੇ ਔਰ ਜਿਹੜਾ ਸਰਕਾਰ ਨੇ ਧਿਆਨ ਨਹੀਂ ਦਿੱਤਾ, ਲਵਾਰਸ ਮਹਿਕਮਾ ਛੱਡਤਾ, ਇਸ ਕਰਕੇ ਹੈ ਸਰ। ਮੈਂ ਸਮਝ ਗਏ, ਪਹੁੰਚ ਗਈ ਤੁਹਾਡੀ ਗੱਲ। ਪ੍ਰਿਤਪਾਲ ਜੀ ਪਹਿਲਾਂ ਹੀ ਉਂਗਲ ਚੱਕ ਰਹੇ ਹੈ, ਮੈਂ ਉਹਨਾਂ ਤੋਂ ਜਵਾਬ ਲੈ ਲਾਂ। ਔਰ ਮੈਂ ਮਾੜਾ ਜਿਹਾ ਨਾਲ ਹੋਰ ਐਡ ਆਨ ਇਹ ਕਰਦੇ ਹਾਂ ਪ੍ਰਿਤਪਾਲ ਜੀ, ਕਿ ਇਸ ਵੇਲੇ ਲੋਕਾਂ ਦੀ ਸਮੱਸਿਆ ਤੇ ਜ਼ਰੂਰ ਹੈਗੀ ਹੈ, ਪਰ ਮੈਨੂੰ ਲੱਗਦਾ ਸ਼ਾਇਦ ਹੀ ਕੋਈ ਐਸਾ ਬੰਦਾ ਹੋਵੇ ਪੰਜਾਬ ਦੇ ਵਿੱਚ ਜਿਹੜਾ ਪੂਰੇ ਲੋਡ ਤੇ ਚੱਲਦਾ ਹੋਵੇ। ਹਰ ਬੰਦੇ ਦਾ ਲੋਡ ਕਿਸੇ ਦਾ ਦੁੱਗਣਾ, ਕਿਸੇ ਦਾ ਤਿੱਗਣਾ। ਔਰ ਇਹ ਤਾਂ ਆਪਾਂ ਸ਼ੁਕਰ ਕਰੋ ਕਿ ਆਪਣੇ ਜਿਹੜੇ ਗ੍ਰਿਡ ਹੈ ਜਿਹੜੇ ਵੱਧ ਘੱਟ ਲੋਡ ਨੂੰ ਝੱਲੀ ਜਾਂਦੇ ਆ। ਪਰ ਜੇ ਇਦਾਂ ਦੀ ਸਥਿਤੀ ਇਹਨੂੰ ਦਰੁਸਤ ਨਾ ਕੀਤਾ ਗਿਆ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਇਹ ਸਥਿਤੀ ਹੋਰ ਜ਼ਿਆਦਾ ਜਿਹੜੀ ਹੈਗੀ ਆ ਉਹ ਭਿਅੰਕਰ ਹੋ ਜਾਣੀ ਹੈ। ਨਹੀਂ ਵਿਜੇਪਾਲ ਜੀ ਅੱਜ ਆਪਣੇ ਇੰਦਰ ਦੇਵਤਾ ਨੂੰ ਯਾਦ ਕਰ ਰਹੇ ਆ। ਦੇ ਉੱਪਰ ਮੈਂ ਇੱਕ ਮਿੰਟ ਅਰੋੜਾ ਜੀ, ਮੈਂ ਇੱਕ ਬੇਨਤੀ ਕਰਦਾ ਹਾਂ ਕਿ ਜਿਹੜੀ ਟਰਾਂਸਮਿਸ਼ਨ ਪ੍ਰਣਾਲੀ ਨੂੰ ਸੁਧਾਰਨ ਦੀ ਗੱਲ ਜਾਂ ਨਵੇਂ ਗ੍ਰਿਡ ਲਗਾਉਣ ਦੀ ਗੱਲ ਹੈਗੀ ਆ, ਅਸੀਂ ਬੜੇ ਹੀ ਸਥਾਪਿਤ ਕੀਤੇ ਨੇ। ਜਿਹੜੇ 66 kV ਦੇ ਗ੍ਰਿਡ ਹੈਗੇ ਨੇ, ਸਬ ਸਟੇਸ਼ਨ ਬਣਾਏ, ਉਹ 132 ਇਸ ਸਰਕਾਰ ਨੇ ਬਣਾਏ ਆ। ਟਰਾਂਸਮਿਸ਼ਨ ਲਾਈਨਾਂ ਜਿਹੜੀ 11 kV ਦੀਆਂ 17,000 ਕਿਲੋਮੀਟਰ ਪਾਈਆਂ ਨੇ, ਤੇ 1372 ਕਿਲੋਮੀਟਰ ਦੀਆਂ 66 kV ਵਾਲੀਆਂ ਟਰਾਂਸਮਿਸ਼ਨ ਲਾਈਨਾਂ ਪਾਈਆਂ। ਮੈਨੂੰ ਇਹ ਦੱਸੋ ਤਾਂ ਸਹੀ, ਕਿੱਥੇ ਸੁਧਾਰ ਨਹੀਂ ਹੋਇਆ? ਕਿਹੜੀ ਚੀਜ਼ ਹੈ 200 kV 220 kV ਦੀ ਪੁੱਛਣੀ ਹੈ, 66 kV ਦੀ ਪੁੱਛਣੀ ਹੈ, ਤੇ ਬਾਕੀ ਚੀਜ਼ਾਂ ਦੀ ਪੁੱਛਣੀ ਹੈ। ਸਰਕਾਰ ਨੇ ਇਸ ਉੱਪਰ ਬੜੇ ਤਸੱਲੀ ਨਾਲ ਕੰਮ ਕੀਤਾ ਤੇ ਉਪਲਬਧ ਵੀ ਕਰਵਾਈ ਆ। ਹੁਣ ਗੱਲ ਇਹ ਆ, ਇਹ ਕਾਨੂੰਨਾਂ ਦੇ ਤਹਿਤ ਇੱਕ ਹੋਰ ਮੈਂ ਦੱਸਦਾ, ਇਹਨਾਂ ਨੇ ਕਿਹਾ ਲੋਨ ਲੈਣਾ ਪਿਆ ਸਾਨੂੰ 3000 ਕਰੋੜ ਦਾ ਲੋਨ ਦਿੰਦੀ ਸੀ ਸੈਂਟਰ ਸਰਕਾਰ ਹੁਣੇ ਆਪਣੀ ਸੁਧਾਰ ਕਰਨ ਦੇ ਲਈ।
ਇਹ ਸੁਧਾਰ ਕਰਨ ਦੇ ਲਈ ਕਿ ਬਿਜਲੀ ਸਮਝੌਤੇ ਜਿਹੜਾ ਨਵਾਂ ਆ ਰਿਹਾ ਉਹਨੂੰ ਦਰੁਸਤੀ ਕਰ ਲਓ, 3000 ਕਰੋੜ ਦਾ ਲੋਨ ਲੈ ਲਓ, ਆਪਦੇ ਕਿਸਾਨਾਂ ਦੀ ਸਬਸਿਡੀ ਬੰਦ ਕਰ ਲਓ, ਪਰ ਅਸੀਂ ਤਾਂ ਉਹ ਵੀ ਨਹੀਂ ਕੀਤੀ। ਹੁਣ ਆਪ ਵਾਲਿਆਂ ਨੇ ਜਿਹੜਾ ਚੋਰ ਮਚਾਏ ਸ਼ੋਰ ਅੱਜ ਤੁਸੀਂ ਨੰਗਾ ਕਰਤਾ ਹੈ, ਉਹ ਬਹੁਤ ਵਧੀਆ ਕੀਤਾ। ਜਿੱਦਣ ਇੱਕ ਭਗਵੰਤ ਮਾਨ ਹੁਣੀ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਘੇਰਨ ਗਿਆ, ਉਦੋਂ ਇਹਨਾਂ ਦੇ ਐਮਐਲਏ ਨਹੀਂ ਪੂਰੇ ਪਹੁੰਚੇ, ਇਹਨਾਂ ਦੀ ਤਾਂ ਆਪ ਦੀ ਪਾਟਰੋਤਾਰ ਪਹੁੰਚੀ ਹੋਈ ਹੈ। ਜਿੱਦਣ ਦਾ ਕੋਰ ਵਿਜੇ ਪ੍ਰਤਾਪ ਜੁਆਇਨ ਹੋਇਆ ਤੇ ਉਹਨੂੰ ਲਾਈਨ ਦੇ ਵਿੱਚ ਐਮਐਲਏ ਲਾਤੇ ਆ, ਮਗਰ ਉਸ ਦਿਨ ਦੇ ਜਿਹੜੀ ਲੋਕਾਂ ਦੀ ਸਮੱਸਿਆ ਉਸ ਨੂੰ ਦੂਰ ਕਰਨਾ ਪਹਿਲ ਹੋਣੀ ਚਾਹੀਦੀ ਹੈ। ਸਿਆਸਤਾਂ ਤੇ ਚੱਲਦੀਆਂ ਰਹਿੰਦੀਆਂ ਨੇ। ਚਲੋ ਮੈਂ ਮਾਫੀ ਚਾਹੂੰਗਾ, ਹੁਣ ਮੇਰੇ ਕੋਲੇ ਸਮਾਂ ਨਹੀਂ ਬਚਿਆ। ਸਾਰੇ ਮਹਿਮਾਨਾਂ ਤੋਂ ਬਹੁਤ ਬਹੁਤ ਧੰਨਵਾਦ, ਸਾਡੇ ਨਾਲ ਜੁੜੇ ਔਰ ਆਪਣਾ ਸਮਾਂ ਦਿੱਤਾ, ਗੱਲਬਾਤ ਕੀਤੀ ਬਿਜਲੀ ਦੇ ਮੁੱਦੇ ਤੇ। ਸਾਰੇ ਮਹਿਮਾਨਾਂ ਦਾ ਬਹੁਤ ਧੰਨਵਾਦ। ਨਿਊਜ਼ 18 ਪੰਜਾਬ ਹਰਿਆਣਾ ਹੈ ਹਿਮਾਚਲ ਤੇ ਖਬਰਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ।